वाहेगुरु 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 वाहेगुरु। देख गुर तेरा दर्शन देख गुर तेरा। सुनो बिनो प्रभ मेरे मीता, सुनो बिनो प्रभ मेरे मीता, सुनो बिनो प्रभ मेरे मीता, सुनो रब मेरे पिता। चरण कमल बस है मेरे चिता। सुनो बिनो सुनो बिनो प्रभ मेरे मीता, चरण कमल बस है मेरे जीता। चरण कमल बस है मेरे जीता। दर्शन देख गुर तेरा, दर्शन देख तेरा। पूरन करम होए प्रभ मेरा, पूरन करम होए प्रभ मेरा। दर्शन देख गुर तेरा, दर्शन देख गुर तेरा। नानक एक
ਨਾਨਕ ਏਕ ਕਰੇ ਅਰਦਾਸ, ਨਾਨਕ ਏਕ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣ ਦਾਸ, ਵਿਸਰ ਨਾਹੀ ਪੂਰਨ ਗੁਣ ਦਾਸ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ, ਦਰਸ਼ਨ ਦੇਖ ਜੀਵਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਵਾਹਿਗੁਰੂ। ठीक परम सत्कारयोग गुरु सारी गुरु प्यारी साध संगत जीओ, सारे प्यार सहित आप जी तन तन साहिब सतगुरु श्री गुरु ग्रंथ साहिब महाराज सच्चे पातशाह जी की अमृतमयी हजूरी अंदर जुड़ बैठी साध संगत जीओ, प्यार सहित फतेह दी सांझ पाओ, गज के आखो जी वाहिगुरु जी का खालसा, वाहिगुरु जी की फतेह। हर हफ्ते हफ्तावारी दीवान विच सिमरन समागम विच आप जी बड़े प्यार सहित हाजरी भरते हो। अज भी आप जी जुड़ बैठे हो, सतगुरु मेहर करन बड़े प्यार सहित आप जी ने टिक के ये 1.5-2 घंटे सतगुरां दी बख्शिश मेहरामत प्राप्त करन दा यतन करना है। शब्द दी कमाई, नाम अभ्यास दी कमाई करनी संगत विच बैठ के, ये बहुत वड्डे भागां वालियां दे हिस्से विच आया है। तो आप जी सारे सत्संगत रूप में जुड़ बैठे हो, सारियां ने कृपा करनी। जिवें पहला असी 3 हिस्सियां विच बोलदे हां, उसी तरह आप जी ने कृपा करनी। आओ पहला 5 बारी मूल मंत्र का पाठ करो। एक ओंकार सतनाम करता पुरख
ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਕੁਰਬਾਨ ਤੇਰੇ ਨਾਮ ਨੂੰ ਕੁਰਬਾਨ ਤੇਰੇ ਨਾਮ ਨੂੰ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ बोलो भाई जी। ਵਾਹਿਗੁਰੂ 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 साध संगत जोदड़ी करनी है नाल नाल मालका कृपा करो बख्शिश करो क्योंकि ये दात बिना जोदड़ी बिना बेनती तो झोड़ी विच नहीं पैंदी। ये कहना ही है विसरना ही दातार विसरना ਜਦੋਂ ਬੰਦਾ ਜੋਦੜੀ ਕਰਦਾ ਆਪੇ ਫਿਰ ਕਿਰਪਾ ਕਰਦਾ ਹੈ ਮਲ। ਇਹ ਰਸਤਾ ਮਿਹਰ ਦਾ ਹੈ, ਇਹ ਰਸਤਾ ਉਹਦੀ ਰਹਿਮਤ ਦਾ ਹੈ। ਇਸ ਕਰਕੇ ਬੇਨਤੀ ਕਰਨੀ ਹੈ ਪਾਤਸ਼ਾਹ ਕਿਰਪਾ ਕਰੋ। ਮੈਨੂੰ ਨਾਮ ਜਪਣ ਦਾ ਸ਼ੌਂਕ ਹੈ, ਮੈਨੂੰ ਨਾਮ ਜਪਣ ਦਾ ਚਾਅ ਹੈ। ਤੁਸੀਂ ਕਿਰਪਾ ਕਰਕੇ ਨਾਮ ਦੀ ਦਾਤ ਝੋਲੀ ਵਿੱਚ ਪਾਓ ਤੇ ਨਾਮ ਜਪਾਓ। ਵਾਹਿਗੁਰੂ 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 ਵਾਹਿਗੁਰੂ
सोई जा की सरन पया सुख पाए बहुड़ दुख ना होई। ਵਾਹਿਗੁਰੂ 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 ਸਾਧ ਸੰਗਤ ਸਤਿਗੁਰਾਂ ਨੇ ਬਚਨ ਕਿਹਾ ਵੀ ਸੰਗਤ ਕਿਹੜੀ ਸਤ ਸੰਗਤ ਕੀਓ ਜੀ ਜਾਣੋ ਚੇਤੇ ਰੱਖਣਾ ਕੁਝ ਬੰਦਿਆਂ ਦੇ ਕੁਝ ਸਰੀਰਾਂ ਦੇ ਇਕੱਠ ਨੂੰ ਸੰਗਤ ਨਹੀਂ ਕਿਹਾ ਜਾਂਦਾ ਸਤ ਸੰਗਤ ਨਹੀਂ ਕਿਹਾ ਜਾਂਦਾ ਇਕੱਠ ਤਾਂ ਰੇਲਵੇ ਸਟੇਸ਼ਨ ਤੇ ਬਹੁਤ ਹੈ ਬੱਸ ਅੱਡਿਆਂ ਤੇ ਬਹੁਤ ਹੈ ਬਾਜ਼ਾਰਾਂ ਵਿੱਚ ਬਹੁਤ ਹੈ ਪਰ ਸਤ ਸੰਗਤ ਨਹੀਂ ਗੁਰੂ ਸਾਹਿਬ ਕਹਿੰਦੇ ਸੰਗਤ ਉੱਥੇ ਹੈ ਜੈ ਸਤਿਗੁਰ ਤਹਿ ਸਤ ਸੰਗਤ ਬਣਾਈ ਜਿੱਥੇ ਗੁਰੂ ਸਾਹਿਬ ਪ੍ਰਕਾਸ਼ਮਾਨ ਨੇ ਜਾਂ ਗੁਰਮਤ ਦੀਆਂ ਵਿਚਾਰਾਂ ਨੇ ਜਿੱਥੇ ਨਾਮ ਜਪਿਆ ਜਾਂਦਾ ਹੈ ਉਹ ਹੀ ਸਤ ਸੰਗਤ ਹੈ ਇਹ ਬਚਨ ਸਤਿਗੁਰਾਂ ਨੇ ਬਾਣੀ ਵਿੱਚ ਵੀ ਕਹਿੰਦੇ ਇਸੇ ਸ਼ਬਦ ਵਿੱਚ ਸਤ ਸੰਗਤ ਕੈਸੀ ਜਾਣੀਐ ਸਤ ਸੰਗਤ ਕੈਸੀ ਜਾਣੀਐ ਸਤ ਸੰਗਤ कैसी जानिए सत्संगत कैसी जानिए संगत कैसी जानिए सत्संगत कैसी जानिए। ਪੁੱਛਿਆ ਮਹਾਰਾਜ ਜੀ ਫਿਰ ਕੀ ਹੋ ਜੀ ਹੈ ਦੱਸੋ ਗੁਰੂ ਸਾਹਿਬ ਫਿਰ ਆਪ ਹੀ ਦੱਸਦੇ ਨੇ ਜਿੱਥੇ एको नाम वखाणिए ਜਿੱਥੇ एको नाम वखाणिए ਗੁਰੂ ਸਾਹਿਬ ਕਹਿੰਦੇ ਜਿੱਥੇ ਇੱਕ ਨਾਮ ਹੀ ਵਿਖਾਣਿਆ ਜਾਏ ਨਾਮ ਹੀ ਜਪਿਆ ਜਾਏ ਇਸ ਕਰਕੇ ਸਾਰੇ ਤਰੱਦਦ ਕਰੋ ਤੇ ਜੁੜਦਿਆਂ ਹੋਇਆਂ ਕਹੋ ਵਾਹਿਗੁਰੂ वाहेगुरु 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 वाहेगुरु
ਭਾਗ ਮਥਾਹੇ ਸੇ ਹਰ ਰੰਗ ਮਾਰੋ। ਵਾਹਿਗੁਰੂ 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 ਵਾਹਿਗੁਰੂ
ਸਾਧ ਸੰਗਤ ਜੀਓ, ਸਤਿਗੁਰਾਂ ਨੇ ਬਚਨ ਕਿਹਾ ਵੀ ਏਕੋ ਨਾਮ ਹੁਕਮ ਹੈ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ। ਕਹਿੰਦੇ ਏਕੋ ਨਾਮ ਹੁਕਮ ਹੈ, ਇੱਕ ਨਾਮ ਜਪਣਾ ਇਹੀ ਹੁਕਮ ਹੈ ਜੀਵ ਨੂੰ। ਪਰਮੇਸ਼ਵਰ ਨੇ ਦੇ ਦਿੱਤੀ, ਸਰੀਰ ਦਿੱਤਾ ਤੇ ਆਖਿਆ ਤੈਨੂੰ ਇਹ ਦੇ ਦੇਣ ਲੱਗਾ, ਸਿਮਰਨ ਕਰੀ। ਉਥੇ ਬਚਨ ਕੀਤਾ ਦੁਲੱਭ ਦੇ ਪਾਈ ਵਡ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਫਿਰ ਬਚਨ ਕਰਦੇ ਨਾ ਮਰ ਨਾ ਜਾਹੀ, ਜਿਨਾ ਬਿਸਰਤ ਨਾਮ, ਜਿਨਾ ਬਿਸਰਤ ਰਾਮ ਨਾਮ ਵਿਹੋਣ ਜੀਵਨ ਕੌਣ ਕਾਮ। ਨਾਮ ਤੋਂ ਵਿਹੂਣਾ ਜੀਵਨ ਕਿਸ ਕੰਮ ਹੈ, ਕਿਸ ਲੇਖੇ ਹੈ। ਬਾਬਾ ਫਰੀਦ ਸਾਹਿਬ ਤੋਂ ਪੁੱਛੋ, ਉਹ ਕਹਿੰਦੇ ਅੱਗੇ ਦੋਜਕ ਤਪਿਆ ਸੁਣੀਐ। ਮੈਂ ਸੁਣਿਆ ਵੀ ਅੱਗੇ ਦੋਜਕ ਤਪਿਆ ਹੋਏ। ਫੂਲ ਪਵੇ ਕਾ ਹਾਹਾ ਕਹਿ ਲਗੇ ਜਿੰਦ ਨੂੰ। ਇਹ ਗੱਲ ਸੁਣ ਕੇ ਹੂਲ ਪੈਂਦਾ ਹੈ, ਪਤਾ ਨਹੀਂ ਅੱਗੇ ਕੀ ਬਣੇਗਾ। ਕਹਿੰਦੇ ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪ੍ਰਵਾਹ। ਇੱਕ ਨਾ ਨੂੰ ਸੋਝੀ ਆ ਗਈ ਵੀ ਤੇ ਨਾਮ ਜਪ ਲਈਏ, ਅੱਗੇ ਦੋਜਕ ਦੀ ਅਗਨ ਤੋਂ ਬਚ ਜਾਵਾਂਗੇ, ਅੱਗੇ ਥਾਂ ਮਿਲ ਜਾਏਗੀ। ਇੱਕ ਕਹਿੰਦੇ ਬੇਪਰਵਾਹ ਹੋ ਕੇ ਜ਼ਿੰਦਗੀ ਆਪਣੀ ਬਸਰ ਕਰਦੇ ਰਹੇ। ਤੇ ਬਾਬਾ ਜੀ ਕਹਿੰਦੇ ਨੇ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹਿ ਓਗਾਹ। ਜੇ ਅਮਲ ਦੁਨੀਆ ਵਿੱਚ ਕੀਤੇ ਨੇ ਅੱਗੇ ਤੈਨੂੰ ਮਿਲ ਜਾਣਗੇ। ਆ ਅਮਲ ਕੀਤਾ, ਜੇ ਨਾਮ ਜਪਣ ਦਾ ਤੂੰ ਬੀਜ ਬੀਜਿਆ ਤੇ ਇਹਦਾ ਫਲ ਤੈਨੂੰ ਜ਼ਰੂਰ ਮਿਲੇਗਾ। ਨਹੀਂ ਤਾਂ ਸਾਹਿਬ ਕਹਿਣਗੇ ਇੱਥੇ ਬੀਜਿਆ ਕੋਈ ਨਹੀਂ ਤੇ ਫਿਰ ਅੱਗੇ ਕੀ ਹੈ। ਅੱਗੇ ਤਾਂ ਸਾਹਿਬ ਕਹਿੰਦੇ ਨਾ ਜਲ ਲੇਪ ਤਲਾਈਆਂ, ਨਾ ਭੋਜਨ ਪਰ ਕਾ ਰੋਵਾ। ਭੋਜਨ ਭਾਓ ਨਾ ਠੰਡਾ ਪਾਣੀ, ਕੋਈ ਚੀਜ਼ ਅੱਗੇ ਨਹੀਂ ਨਾਲ ਜਾਂਦੀ। ਅੱਗੇ ਤਾਂ ਉਸ ਕੇਵਲ ਆ ਮਾਲਕ ਦਾ ਨਾਮ ਹੀ ਜਾਂਦਾ, ਜਿਸ ਕਰਕੇ ਸਾਰੇ ਜੁੜੋ। ਵਾਹਿਗੁਰੂ 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 ਵਾਹਿਗੁਰੂ।
सिया तू आहो के रे कम वाहे गुरु वाहे गुरु वाहे गुरु वाहे गुरु ਵਾਹਿਗੁਰੂ 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 वाहेगुरु वाहेगुरु ਵਾਹਿਗੁਰੂ 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 ਸਾਧ ਸੰਗਤ ਜੀਓ, ਚਾਰ ਬਾਣੀਆਂ ਨੇ ਜਿਨ੍ਹਾਂ ਰਾਹੀਂ ਚਾਰ ਖਾਣੀਆਂ ਔਰ ਚਾਰ ਬਾਣੀਆਂ ਨੇ। ਚਾਰ ਬਾਣੀਆਂ ਵਿੱਚ ਵੈਖਰੀ ਮਧਮਾ ਪਸੰਤੀ ਔਰ ਪਰਾ, ਜਿਹੜਾ ਅਸੀਂ ਸੰਗਤੀ ਰੂਪ ਵਿੱਚ ਬੈਠ ਕੇ ਨਾਮ ਜਪ ਰਹੇ ਹਾਂ, ਵੈਖਰੀ ਬਾਣੀ ਹੈ। ਇੱਕ ਬਾਣੀ ਦਾ ਜ਼ਿਕਰ ਸਤਿਗੁਰਾਂ ਨੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਵੈਖਰੀ ਰਾਹੀਂ ਜਪਦਿਆਂ 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 ਇੱਕ ਦਿਨ ਹਿਰਦੇ ਵਿੱਚ ਵਸ ਜਾਏ। ਹਿਰਦੇ ਵਿੱਚ ਤੇਰੇ ਟਿਕ ਜਾਏ ਤੇ ਹਿਰਦੇ ਵਿੱਚ ਟਿਕ ਜਾਏਗਾ, ਬਸ ਤੇਰੇ ਤੇ ਕਿਰਪਾ ਹੋ ਜਾਏਗੀ, ਬਖਸ਼ਿਸ਼ ਹੋ ਜਾਏ। ਸਤਿਗੁਰੂ ਕਹਿੰਦੇ ਨੇ ਨਾ, ਰਾਮ ਨਾਮ ਉਰ ਮੈਂ ਗਹਿਓ, ਰਾਮ ਨਾਮ ਉਰ ਮੈਂ ਗਹਿਓ, ਰਾਮ ਨਾਮ ਉਰ ਮੈਂ ਗਹਿਓ। ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਲਕੁਲ ਆਸਾਨ ਸ਼ਬਦ ਵਰਤ ਰਹੇ ਨੇ ਵੀ ਹਿਰਦੇ ਵਿੱਚ ਗਿਆ, ਨਾਮ ਨੂੰ ਪਕੜਿਆ ਤੇ ਕਿਰਪਾ ਕੀ ਹੋਈ। ਉਹ ਨਾਮ ਰਾਮ ਨਾਮ ਉਰ ਮੈਂ ਗਇਓ, ਰਾਮ ਨਾਮ ਉਰ ਮੈਂ ਗਇਓ। कसम नहीं कोए, जा कसम नहीं कोए। जे सिमरत संकट मिटे, जे सिमरत संकट मिटे। दर्श तुहारो दर्श तुहारो होए,
ਸੰਕਟ ਨੇ, ਮਹਾਂਪੁਰਸ਼ ਇਸ ਬਚਨ ਦੀ ਵਿਆਖਿਆ ਕਰਦੇ ਸਨ। ਕਈ ਤਰ੍ਹਾਂ ਦੇ ਸੰਕਟ, ਇੱਕ ਸੰਕਟ ਨਹੀਂ, ਨਾਨਾ ਪ੍ਰਕਾਰ ਦੇ ਸੰਕਟ ਨੇ ਜਿਨ੍ਹਾਂ ਵਿੱਚੋਂ ਬੰਦਾ ਗੁਜ਼ਰਦਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਨਾਮ ਹਿਰਦੇ ਵਿੱਚ ਮਸਾਲ ਹੈ, ਤੇਰੇ ਸਾਰੇ ਸੰਕਟ ਮਿਟ ਜਾਣਗੇ। ਕਹਿਣ ਲੱਗੇ ਮੈਂ ਉਸ ਨਾਮ ਨੂੰ ਹਿਰਦੇ ਅੰਦਰ ਪਕੜਿਆ ਤੇ ਉਹਦੀ ਬਦੌਲਤ ਮਾਲਕ ਦੇ ਦਰਸ਼ਨ ਵੀ ਹੁੰਦੇ ਨੇ, ਸੰਕਟ ਵੀ ਮਿਟਦੇ ਨੇ। ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਵੀ ਸਭ ਤੋਂ ਵੱਡਾ ਸੰਕਟ ਕਿਹੜਾ ਹੈ। ਸੰਕਟ ਤੇ ਬੜੇ ਨੇ, ਪਰ ਕਿਹੜਾ ਸੰਕਟ ਸਭ ਤੋਂ ਵੱਡਾ ਹੈ? ਧਿਆਨ ਦੇਣਾ, ਸਭ ਤੋਂ ਵੱਡਾ ਸੰਕਟ ਹੈ ਜਨਮ ਤੇ ਮਰਨ ਦਾ। ਕਦੀ ਜੰਮ ਪਿਆ, ਕਦੀ ਮਰ ਗਿਆ, ਸਭ ਤੋਂ ਵੱਡਾ ਸੰਕਟ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਦੀ ਜਪ ਕੇ ਤੇ ਵੇਖ, ਤੇਰਾ ਇਹ ਵੀ ਸੰਕਟ ਮਿਟ ਜਾਏਗਾ, ਇਹ ਵੀ ਸੰਕਟ ਖਤਮ ਹੋ ਜਾਏਗਾ। ਇਸ ਕਰਕੇ ਸਾਰੇ ਲੱਗੋ ਵਾਹਿਗੁਰੂ 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 ਸਾਧ ਸੰਗਤ ਬਾਬਾ ਫਰੀਦ ਕਹਿੰਦੇ ਨੇ, ਐ ਬਿਰਹਾ ਰੱਬ ਨਾਲ ਮਿਲਣ ਦੀ ਤਾਂਘ ਦਾ ਉਹ ਅਵਸਥਾ ਅਹਿਸਾਸ ਹੋ ਜਾਏ ਕਿ ਮੈਂ ਵਿਛੜਿਆ ਹੋਇਆ। ਸਿਆਣੇ ਕਹਿੰਦੇ ਅੱਧਾ ਰੋਗ ਉਦੋਂ ਮਿਟ ਜਾਂਦਾ ਹੈ ਜਦੋਂ ਪਤਾ ਚੱਲ ਜਾਏ ਰੋਗ ਹੈ ਕੀ। ਬਾਬਾ ਫਰੀਦ ਕਹਿੰਦੇ ਅਹਿਸਾਸ ਹੋ ਜਾਏ ਕਿ ਮੈਂ ਵਿਛੜਿਆ ਹੋਇਆ ਤੇ ਮਾਲਕਾ ਇਹ ਬਿਰਹਾ ਜਦੋਂ ਆ ਗਿਆ, ਬਿਰਹਾ ਤੇ ਸੁਲਤਾਨ ਹੈ, ਹੁਣ ਮੈਨੂੰ ਇਹ ਉਦਮ ਬਖਸ਼ੇਗਾ ਸਾਈਂ ਨਾਲ ਮਿਲਣ ਲਈ। ਮੇਰੇ ਅੰਦਰ ਇੱਕ ਖਿੱਚ ਪੈਦਾ ਹੋਈ ਹੈ, ਹੁਣ ਮੈਂ ਤਰੱਦਦ ਕਰਾਂਗਾ, ਉਦਮ ਕਰਾਂਗਾ, ਮੈਂ ਨਾਮ ਜਪਾਂਗਾ। ਹੁਣ ਮਿਲਣ ਲਈ
ਮੈਂ ਯਤਨਸ਼ੀਲ ਹੋਵਾਂਗਾ। ਤੇ ਬਾਬਾ ਫਰੀਦ ਕਹਿੰਦੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਹੀ ਅਹਿਸਾਸ ਪੈਦਾ ਨਹੀਂ ਹੋਇਆ ਉਹ ਤੇ ਜੀਵਨ ਥੋੜਾ ਨੇ, ਸਰੀਰ ਥੋੜਾ ਨੇ, ਉਹ ਤੇ ਸ਼ਮਸ਼ਾਨ ਹੈ। ਉਹਦੀ ਤੇ ਕੀਮਤ ਕੋਈ ਨਹੀਂ। ਜਿਹਨੂੰ ਇਹ ਅਹਿਸਾਸ ਹੋ ਗਿਆ ਉਹ ਤੇ ਫਿਰ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ, ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਬਖਸ਼ਿਸ਼ ਕਰੋ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ, ਮੈਨੂੰ ਆਪਣੇ ਦਰਸ਼ਨ ਬਖਸ਼ੋ, ਕਿਉਂਕਿ ਮੈਂ ਰਹਿ ਨਹੀਂ ਸਕਦਾ ਤੁਹਾਡੇ ਦਰਸ਼ਨਾਂ ਤੋਂ ਬਿਨਾਂ। ਮੈਂ ਦਰਸ਼ਨ ਦੇਖ ਦੇਖ ਕੇ ਜਿਉਣਾ। ਇਸ ਕਰਕੇ ਇਹ ਦਰਸ਼ਨ ਵੀ ਨਾਮ ਜਪਣ ਨਾਲ ਹੋਣੇ ਨੇ, ਸੰਕਟ ਵੀ ਨਾਮ ਜਪਣ ਨਾਲ ਮਿਟਣੇ ਨੇ। ਇਸ ਕਰਕੇ ਇਹ ਹੀ ਕਹਿਣਾ, ਪਾਤਸ਼ਾਹ ਕਿਰਪਾ ਕਰੋ ਮੈਂ ਨਾਮ ਨਾ ਭੁੱਲਾਂ, ਕਦੀ ਨਾ ਭੁੱਲਾਂ। ਜਿਸਨੂੰ ਵਿਸਰੈ ਪ੍ਰਾਣ ਪਤ ਦਾਤਾ ਸੋਈ ਕਣੂ ਅਭਾਗਾ। ਗੁਰੂ ਸਾਹਿਬ ਕਹਿੰਦੇ ਨੇ ਉਸ ਨੂੰ ਅਭਾਗਾ ਸਮਝੋ ਜਿਹਨੂੰ ਰੱਬ ਭੁੱਲ ਗਿਆ, ਜਿਹਨੂੰ ਨਾਮ ਭੁੱਲ ਗਿਆ। ਜਿਹਨੂੰ ਨਾਮ ਯਾਦ ਹੈ, ਸਾਹਿਬ ਕਹਿੰਦੇ ਨੇ ਬਸ ਉਹ ਤਾਂ ਉਹਨਾਂ ਵਰਗਾ ਭਾਗਾਂ ਵਾਲਾ ਕੌਣ? ਜਿਹੜੇ ਨਾਮ ਦਾ ਅੰਮ੍ਰਿਤ ਪੀਂਦੇ ਨੇ ਨਾ, ਇਹ ਨਾਮ ਦੀ ਝੜੀ ਹੈ। ਇਹ ਪਹਿਲਾਂ ਮੁਖ ਰਾਹੀਂ ਜਪ ਰਹੇ ਹਾਂ, ਜੇ ਕਿਧਰੇ ਇਸ ਦੀ ਕਿਰਪਾ ਹੋ ਗਈ ਅੰਦਰ ਇਸ ਨੇ ਆਪਣੀ ਬਖਸ਼ਿਸ਼ ਵਰਤਾ ਦਿੱਤੀ ਤੇ ਫਿਰ ਉਹ ਕਿਰਪਾ ਹੋ ਜਾਏਗੀ। ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਨ ਬੁਝੀ ਸੀਤਲ ਹੋਏ ਮਨਵਾ, ਜਨ ਬੁਝੀ ਸੀਤਲ ਹੋਏ ਮਨਵਾ। सतगुरु का दर्शन पाए जियो, सतगुरु का दर्शन पाए जियो। ਇਹ ਦਾਤ ਇਹ ਕਿਰਪਾ ਕਿਵੇਂ ਵਰਤਣੀ ਹੈ? ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਭ ਸੁਖ ਦਾਤਾ ਰਾਮ ਹੈ। ਸਰ ਨਾਹਿਨ
ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਸੁਨ ਰੇ ਮਨਾ ਤਹਿ ਸਿਮਰਤ ਗਤ ਹੋਏ। ਵਾਹਿਗੁਰੂ 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 ਸਾਧ ਸੰਗਤ ਇੱਕ ਦਿਨ ਬਾਬਾ ਫਰੀਦ ਕੀ ਦੇਖਦੇ ਨੇ, ਭਗਤ ਕਬੀਰ ਸਾਹਿਬ ਕੀ ਦੇਖਦੇ ਨੇ, ਇੱਕ ਸੰਖ ਵਿੱਚੋਂ ਬੜੀ ਭਿਆਨਕ ਆਵਾਜ਼ ਆ ਰਹੀ ਹੈ। ਬੇਨਤੀ ਤਵੱਜੋ ਦੇ ਕੇ ਸ਼ਰਵਣ ਕਰਿਓ, ਨਾਲ ਨਾਲ ਸਿਮਰਨ ਕਰਦੇ ਜਾਣਾ। ਆਵਾਜ਼ ਆ ਰਹੀ ਹੈ। ਬਾਬਾ ਫਰੀਦ ਸਾਹਿਬ ਉਧਰ ਗਏ ਕਿ ਦੇਖਿਆ ਇੱਕ ਪੁਜਾਰੀ ਸੰਖ ਨੂੰ ਮੂੰਹ ਲਾ ਕੇ ਫੂਕ ਮਾਰਦਾ ਹੈ, ਉਹਦੇ ਵਿੱਚੋਂ ਆਵਾਜ਼ਾਂ ਪੈਦਾ ਹੋ ਰਹੀਆਂ। ਭਗਤ ਕਬੀਰ ਸਾਹਿਬ ਨੇ ਪੁੱਛਿਆ, ਹੈ ਸੰਖਾ ਮੈਨੂੰ ਇੱਕ ਗੱਲ ਦੱਸ, ਇਹ ਪੁਜਾਰੀ ਤੇਰੇ ਨਾਲ ਪਿਆਰ ਨਹੀਂ ਕਰਦਾ? ਕਹਿਣ ਲੱਗਾ ਬਿਲਕੁਲ ਕਰਦਾ ਹੈ। ਉਸ ਸੰਖ ਨੇ ਕਿਹਾ ਮੇਰੇ ਨਾਲ ਪਿਆਰ ਵੀ ਕਰਦਾ ਹੈ, ਸਵੇਰੇ ਸ਼ਾਮ ਮੇਰਾ ਇਸ਼ਨਾਨ ਵੀ ਕਰਾਂਦਾ ਹੈ, ਮੈਨੂੰ ਸੋਹਣੇ ਬਸਤਰਾਂ ਵਿੱਚ ਵੀ ਲਪੇਟ ਕੇ ਰੱਖਦਾ ਹੈ। ਭਗਤ ਜੀ ਕਹਿਣ ਲੱਗੇ ਫਿਰ ਇੰਨੀਆਂ ਭਿਆਨਕ ਆਵਾਜ਼ਾਂ ਤੇਰੇ ਚੋਂ ਕਿਉਂ ਆਉਂਦੀਆਂ ਨੇ? ਕਹਿਣ ਲੱਗੇ ਭਾਵੇਂ ਸਭ ਕੁਝ ਕਰਦਾ ਹੈ, ਜਦੋਂ ਮੂੰਹ ਲਾ ਕੇ ਫੂਕ ਮਾਰਦਾ ਹੈ ਆਵਾਜ਼ਾਂ ਭਿਆਨਕ ਹੁੰਦੀਆਂ ਨੇ, ਦਰਦ ਹੁੰਦਾ ਹੈ, ਦੁੱਖ ਹੁੰਦਾ ਹੈ। ਪੁੱਛਿਆ ਇਹਦਾ ਕੀ ਕਾਰਨ? ਕਹਿਣ ਲੱਗੇ ਇਹਦਾ ਕਾਰਨ ਇੱਕ ਹੈ, ਮੈਂ ਆਪਣੇ ਅਸਲੇ ਸਮੁੰਦਰ ਤੋਂ ਟੁੱਟ ਗਿਆ। ਜੋ ਮਰਜ਼ੀ ਮੈਨੂੰ ਸੁੱਖ ਦੇਵੇ, ਅਸਲੇ ਨਾਲੋਂ ਟੁੱਟ ਕੇ ਕਦੀ ਦੁਨੀਆ ਦੇ ਸੁੱਖ ਅੰਦਰ ਸੁੱਖ ਦੇ ਸਕਦੇ ਨੇ? ਭਗਤ ਜੀ ਕਹਿਣ ਲੱਗੇ ਮੈਂ ਫਿਰ ਸਮੁੰਦਰ ਵੱਲ ਹੀ ਚੱਲਿਆ। ਇਹ ਸਮਝਾਉਣ ਵਾਸਤੇ ਉਹਨਾਂ ਦਾ ਇੱਕ ਸ਼ਲੋਕ ਹੈ, ਦੱਸ ਮੈਂ ਤੇਰੇ ਨਾਲ ਦੇ ਸਾਥੀਆਂ ਨੂੰ ਕੀ ਸੁਨੇਹਾ ਤੇਰਾ ਦਿਆਂ? ਤੇ ਉਹਨੇ ਕਿਹਾ ਜੇ ਚੱਲੇ ਉਹ ਸਮੁੰਦਰ ਵੱਲ, ਮੇਰੇ ਸਾਥੀਆਂ ਨੂੰ ਇਹੀ ਸੁਨੇਹਾ ਦੇਣਾ, ਕਦੀ ਵੀ ਤਰ ਕੇ ਤੁਸੀਂ ਸਮੁੰਦਰ ਦੇ ਕਿਨਾਰੇ ਤੇ ਨਾ ਆ ਜਾਣਾ, ਨਾ ਜਾਣਾ। ਸਮੁੰਦਰ ਦੇ ਕਿਨਾਰੇ ਤੇ ਆਏ ਕੋਈ ਨਿਰਦਈ ਹੱਥ ਤੁਹਾਨੂੰ ਉਥੋਂ ਚੁੱਕ ਕੇ ਸਮੁੰਦਰ ਤੋਂ ਨਖੇੜ ਦੇਣਗੇ, ਤੁਹਾਡੀ ਹਾਲਤ ਵੀ ਉਹ ਹੀ ਹੋਏਗੀ ਜੋ ਮੇਰੀ ਹੋ ਰਹੀ। ਭਗਤ ਜੀ ਕਹਿਣ ਲੱਗੇ ਉਹ ਸਮੁੰਦਰ ਤੇ ਖਾਰਾ ਹੁੰਦਾ ਹੈ? ਕਹਿਣ ਲੱਗੇ ਭਾਵੇਂ ਖਾਰਾ ਹੋਵੇ, ਜੋ ਮਰਜ਼ੀ ਹੋਵੇ, ਪਰ ਅਸਲ ਤੇ ਅਸਲ ਹੈ। ਟਿਕਾਣਾ ਤੇ ਜਿੱਥੇ ਮੇਰਾ ਹੈ ਉੱਥੇ ਹੀ ਹੈ, ਉਹ ਮੈਨੂੰ ਸਾਰਾ ਕੁਝ ਪ੍ਰਵਾਨ। ਭਗਤ ਜੀ ਦਾ ਬਚਨ ਹੈ, ਕਬੀਰ ਰਹਿ ਨਾਇਰ ਬੇਸ਼ੋਰਿਆ, ਰਹੋ ਰੇ ਸੰਖ ਮਝੂਰ, ਦੇਵਲ ਦੇਵਲ ਧਾੜੀ ਦੇਸੈ ਉਗਵਤ ਸੋਰ। ਸੰਦੇਸ਼ ਇਹ ਹੈ ਨਾਮ ਨਹੀਂ ਛੱਡਣਾ, ਗੁਰੂ ਚਰਨ ਨਹੀਂ ਛੱਡਣੇ। ਉਹ ਸਮੁੰਦਰ ਖਾਰਾ ਹੋ ਸਕਦਾ ਹੈ, ਪਰ ਚੇਤੇ ਰੱਖਿਓ ਇਹ ਸਮੁੰਦਰ ਬੜਾ ਮਿੱਠਾ ਹੈ। ਨਾਮ ਦਾ ਸਮੁੰਦਰ, ਗੁਰੂ ਦੇ ਚਰਨਾਂ ਦਾ ਸਮੁੰਦਰ ਬੜਾ ਮਿੱਠਾ ਹੈ। ਐਵੇਂ ਨਹੀਂ ਬਾਬਾ ਫਰੀਦ ਸਾਹਿਬ ਨੇ ਕਿਹਾ, ਸ਼ਲੋਕ ਹੈ ਨਾ, ਸ਼ੱਕਰ ਫਰੀਦਾ ਸ਼ੱਕਰ ਖੰਡ ਨਬਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਬੜਾ ਮਿੱਠਾ ਹੈ, ਇਸ ਕਰਕੇ ਇਸ ਮਿੱਠੇ ਸਮੁੰਦਰ ਤੋਂ ਕਦੀ ਟੁੱਟ ਨਾ ਜਾਣਾ, ਹਰ ਵੇਲੇ ਜਪਣ ਵਾਹਿਗੁਰੂ 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 ਵਾਹਿਗੁਰੂ
ਭਾਈ ਵੀਰ ਸਿੰਘ ਸਾਹਿਬ ਬੜੇ ਪਿਆਰੇ, ਬੜੇ ਗੁਰਮੁਖ ਗੁਰਸਿੱਖ ਹੋਏ ਨੇ, ਨਾਮ ਜਪਣ ਵਾਲੇ। ਉਹਨਾਂ ਬਚਨ ਕੀਤਾ, ਕਹਿਣ ਲੱਗੇ ਇੱਕ ਦਿਨ ਕੋਲੇ ਨੂੰ ਮੈਂ ਹੱਥ ਵਿੱਚ ਪਕੜਿਆ, ਕਾਲਾ ਹੈ ਕੋਲਾ। ਮੈਂ ਉਸ ਕੋਲੇ ਦਾ ਰੰਗ ਬਦਲਣ ਵਾਸਤੇ, ਤਵੱਜੋ ਦੇ ਕੇ ਬੇਨਤੀ ਸੁਣਿਓ, ਮੈਂ ਉਸ ਕੋਲੇ ਦਾ ਰੰਗ ਬਦਲਣ ਲਈ ਵੀ ਇਹ ਕਾਲਾ ਹੈ, ਇਹਦੀ ਕਾਲਖ ਉਤਰ ਜਾਏ, ਮੈਂ ਇਹਦਾ ਰੰਗ ਬਦਲਣ ਲਈ ਕਦੀ ਦੁੱਧ ਵਿੱਚ ਪਾਇਆ, ਕਦੀ ਹੋਰ ਸ਼ੁੱਧ ਪਦਾਰਥਾਂ ਵਿੱਚ ਪਾ ਕੇ ਧੋਣ ਦਾ ਯਤਨ ਕੀਤਾ ਕਿ ਇਹਦਾ ਰੰਗ ਕਾਲਖ ਇਹਦੀ ਉਤਰ ਜਾਏ, ਪਰ ਸਭ ਕੁਝ ਕਰਨ ਦੇ ਬਾਵਜੂਦ ਵੀ ਇਹਦੀ ਕਾਲਖ ਨਾ ਉਤਰੀ। ਤੇ ਮੈਂ ਕੋਲੇ ਨੂੰ ਪੁੱਛ ਲਿਆ, ਉਹ ਸੱਜਣਾ ਪਹਿਲਾਂ ਤੇ ਦੱਸ ਵੀ ਤੇਰੀ ਕਾਲਖ ਆਈ ਕਿਵੇਂ, ਤੇ ਦੂਜਾ ਇਹ ਦੱਸ ਤੇਰੀ ਕਾਲਖ ਲੱਥੇਗੀ ਕਿਵੇਂ। ਕਹਿਣ ਲੱਗੇ ਉਸ ਕੋਲੇ ਨੇ ਜਵਾਬ ਦਿੱਤਾ, ਆਖਿਆ ਕਾਲਖ ਆਈ ਤੇ ਤਾਂ ਹੈ ਕਿਉਂਕਿ ਮੈਂ ਭੱਠੀ ਵਿੱਚ ਬਲਦਾ ਸਾਂ, ਵੇਖਿਆ ਬੜੀ ਲਾਲੀ ਸੀ ਮੇਰੇ ਤੇ, ਮੈਨੂੰ ਕਿਸੇ ਨੇ ਭੱਠੀ ਤੋਂ ਚੁੱਕ ਕੇ ਪਾਸੇ ਕਰ ਦਿੱਤਾ, ਮੇਰੀ ਲਾਲੀ ਕਾਲਖ ਵਿੱਚ ਬਦਲ ਗਈ। ਤੇ ਜਿਹੜਾ ਯਤਨ ਤੁਸੀਂ ਕਰ ਰਹੇ ਹੋ ਦੁੱਧ ਵਿੱਚ ਪਾ ਕੇ ਇਹਦੀ ਮੇਰੀ ਕਾਲਖ ਲਾਉਣ ਦਾ, ਇਸ ਤਰ੍ਹਾਂ ਨਹੀਂ ਬਦਲਣਾ। ਜੇ ਮੇਰਾ ਰੰਗ ਬਦਲਣਾ ਚਾਹੁੰਦੇ ਹੋ ਵੀ ਅਸਲ ਰੰਗ ਵਿੱਚ ਮੈਂ ਆਵਾਂ, ਤੇ ਇੱਕ ਮੇਰੇ ਤੇ ਰਹਿਮ ਕਰੋ ਕਿ ਜਿਸ ਭੱਠੀ ਵਿੱਚੋਂ ਚੁੱਕਿਆ ਹੈ ਉਸੇ ਭੱਠੀ ਵਿੱਚ ਦੁਬਾਰਾ ਪਾ ਦਿਓ, ਮੇਰਾ ਰੰਗ ਆਪਣੇ ਆਪ ਬਦਲ ਜਾਏਗਾ, ਫਿਰ ਲਾਲੀ ਚਮਕ ਪਵੇਗੀ। ਉਹਨਾਂ ਦਾ ਇੱਕ ਬਚਨ ਹੈ, ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਪੀ ਚੜਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਸੀ ਆਈ। ਭੱਠੀ ਤੋਂ ਵਿਛੜੇ ਤੇ ਕਾਲਖ ਸੁਣਦੇ ਜਾਣ ਬੇਨਤੀ, ਉੱਥੇ ਕਾਲਖ ਆ ਗਈ, ਚੇਤੇ ਰੱਖਿਓ ਰੱਬ ਤੋਂ ਵਿਛੜੇ, ਗੁਰੂ ਤੋਂ ਵਿਛੜੇ ਤੇ ਨਾਮ ਤੋਂ ਵਿਛੜੇ, ਇੱਥੇ ਵੀ ਕਾਲਖ ਭਰਨੀ ਸ਼ੁਰੂ ਹੋ ਗਈ ਮਨਾਂ ਵਿੱਚ। ਵਿਛੜ ਕੇ ਕਾਲਖ ਸੀ ਆਈ, ਵਿਛੋੜੇ ਕਰਕੇ ਕਾਲਖ ਹੀ ਪੱਲੇ ਪੈਂਦੀ ਏ, ਚੇਤੇ ਰੱਖਣਾ। ਵਿਛੜ ਕੇ ਕਾਲਖ ਪੱਲੇ ਪੈਂਦੀ ਏ, ਦੁੱਖ ਪੱਲੇ ਪੈਂਦਾ ਹੈ, ਬਦਸੂਰਤੀ ਪੱਲੇ ਪੈਂਦੀ ਹੈ, ਮਨ ਦੀ ਬੇਚੈਨੀ ਪੱਲੇ ਪੈਂਦੀ ਹੈ। ਇਸ ਕਰਕੇ ਜੁੜ ਕੇ ਰਹਿਣਾ। ਸੰਦੇਸ਼ ਭਾਈ ਸਾਹਿਬ ਨੇ ਇਹ ਦਿੱਤਾ, ਕਹਿ ਲਗੇ ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਕਹਿਣ ਲੱਗੇ ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਸੱਜਣਾ ਮੈਨੂੰ ਅੱਗ ਦੇ ਅੰਗ ਲਾ ਕੇ ਤੇ ਵੇਖ ਮੇਰੀਆਂ ਲਾਲੀਆਂ ਕਿਵੇਂ ਭਖਦੀਆਂ ਨੇ। ਚੇਤੇ ਰੱਖਿਓ, ਜਿਹੜੇ ਪਰਮੇਸ਼ਵਰ ਦੇ ਗੁਰੂ ਦੇ ਨਾਮ ਦੇ ਚਰਨਾਂ ਨਾਲ ਜੁੜੇ ਰਹੇ, ਉਹਨਾਂ ਤੇ ਇੰਨੀਆਂ ਲਾਲੀਆਂ ਭਖੀਆਂ, ਉਹਨਾਂ ਤੇ ਇੰਨੇ ਉਹਨਾਂ ਨੂੰ ਆਨੰਦ ਆਏ, ਇੰਨੇ ਉਹਨਾਂ ਦੇ ਖੇੜੇ ਉਹਨਾਂ ਦੇ ਜੀਵਨ ਤੇ ਆਏ, ਨਾ ਉਹਨਾਂ ਦੇ ਖੇੜੇ ਰੰਬੀਆਂ ਦੂਰ ਕਰ ਸਕੀਆਂ, ਨਾ ਆਰੇ ਦੂਰ ਕਰ ਸਕੇ, ਨਾ ਗੁਰੂ ਕੇ ਸਵਾਰਿਓ ਚਰਖੜੀਆਂ ਦੂਰ ਕਰ ਸਕੀਆਂ, ਕਿਉਂਕਿ ਅੰਦਰ ਤੇ ਬਾਹਰ ਉਹਦੀ ਯਾਦ ਤੋਂ ਬਿਨਾਂ ਹੋਰ ਹੈ ਹੀ ਕੋਈ ਨਹੀਂ। ਇਸ ਕਰਕੇ ਮਿਲ ਕੇ ਰਹਿਣਾ, ਅਸਲ ਨਾਲ ਜੁੜ ਕੇ ਰਹਿਣਾ। ਤੇ ਉਹਨਾਂ ਨੇ ਬਚਨ ਕੀਤਾ ਵੀ ਬੰਦੇ ਦਾ ਅਸਲ ਕਿਹੜਾ ਹੈ? ਸਿੱਖ ਦਾ ਅਸਲ ਗੁਰੂ ਹੈ, ਮਨੁੱਖ ਦਾ ਅਸਲ ਗੁਰੂ ਹੈ, ਨਾਮ ਹੈ। ਇਸ ਕਰਕੇ ਨਾਮ ਨਾਲ ਜੁੜਨਾ। ਗੁਰੂ ਨੇ ਨਾਮ ਸਾਨੂੰ ਦਿੱਤਾ ਹੈ ਜਪਣ ਵਾਸਤੇ। ਤੇ ਇੱਕ ਗੱਲ ਚੇਤੇ ਰੱਖਿਓ, ਅੰਮ੍ਰਿਤ ਧਾਰੀ ਅਸੀਂ ਹੋ ਗਏ, ਵੱਡੇ ਭਾਗਾਂ ਵਾਲੇ। ਅੰਮ੍ਰਿਤ ਛਕਣਾ ਜ਼ਰੂਰੀ। ਇਹ ਤਾਂ ਸਾਡੇ ਸਤਿਗੁਰਾਂ ਨੇ ਸਾਨੂੰ ਖਜ਼ਾਨਾ ਦੇ ਦਿੱਤਾ ਨਾਮ ਦਾ, ਵੀ ਜੇਬ ਵਿੱਚ ਪਾ ਲਓ। ਪਰ ਜੇ ਅਸੀਂ ਖਰਚੀਏ ਨਾ, ਜੇ ਉਹਦੀ ਵਰਤੋਂ ਹੀ ਨਾ ਕਰੀਏ, ਜਪੀਏ ਹੀ ਨਾ, ਨਾਮ ਤੇ ਜਪਣ ਲਈ ਦਿੱਤਾ ਪੰਜਾਂ ਪਿਆਰਿਆਂ ਨੇ ਦ੍ਰਿੜ ਕਰਾਇਆ, ਜੇ ਜਪੀਏ ਹੀ ਨਾ, ਸਿਮਰਨ ਹੀ ਨਾ ਕਰੀਏ। ਗੁਰੂ ਨੇ ਤਾਂ ਖਜ਼ਾਨਾ ਬਖਸ਼ ਹੀ ਦਿੱਤਾ ਹੈ। ਇਹ ਖਜ਼ਾਨਾ ਜਦੋਂ ਖੋਲਾਂਗੇ ਫਿਰ ਅੰਦਰ ਬਰਕਤਾਂ ਮਿਲਣਗੀਆਂ। ਗੁਰੂ ਕਹਿੰਦੇ ਨੇ ਖਜ਼ਾਨਾ ਤੈਨੂੰ ਦਿੱਤਾ ਹੈ, ਨਾਲੇ ਆਪ ਖਾਈ ਤੇ ਨਾਲੇ ਖਰਚੀ, ਰਲ ਮਿਲ ਕੇ ਖਰਚੀ ਵੱਧਦਾ ਜਾਏਗਾ। ਇਸ ਨੇ ਆਪ ਹੀ ਨਹੀਂ ਖਾਧਾ, ਆਪ ਖੋਲਿਆ ਹੀ ਨਹੀਂ। ਜਿਹੜੇ ਜਪਦੇ ਨੇ ਭਾਗਾ ਵਾਲੇ ਨੇ, ਵੱਡ ਭਾਗੇ ਨੇ ਜਿਹੜੇ ਜਪਦੇ ਨੇ।
ਤੇ ਗੁਰੂ ਕੇ ਸਵਾਰੋ ਹੀ ਅਰਦਾਸ ਕਰਨੀ ਹੈ ਪਾਤਸ਼ਾਹ ਜੇ ਕਿਧਰੇ ਮਨਾਂ ਵਿੱਚ ਢਿੱਲ ਹੁੰਦੀ ਏ ਅੰਮ੍ਰਿਤ ਦੀ ਦਾਤ ਦਿੱਤੀ ਹੈ ਤੇ ਕਿਰਪਾ ਕਰੋ ਨਾਮ ਵੀ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਨਾਲ ਜਪਾਓ। ਵਾਹਿਗੁਰੂ 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 ਭਾਈ ਬੋਲਣ ਉੱਚੀ ਬੋਲੋ ਉੱਚੀ ਸਾਧ ਸੰਗਤ ਜੀਓ ਸਾਧ ਸੰਗਤ ਜੀ ਪਿਆਰ ਸਹਿ ਸਾਰੇ ਇੱਕ ਵਾਰੀ ਚੁੱਪ ਕਰਕੇ ਹੁਣ ਅੱਖਾਂ ਬੰਦ ਕਰਕੇ ਅੰਦਰ ਸਿਮਰਨ ਵਿੱਚ ਸਾਰੇ 5-7 ਮਿੰਟ ਜੁੜੋ ਫਿਰ ਸਭ ਤੇ ਮਾਲਕ ਬਖਸ਼ਿਸ਼ ਕਰਨ ਸਾਡੇ ਸਭ ਤੇ
ਗੁਰੂ ਮੇਰ ਕਰਨ ਬਖਸ਼ਿਸ਼ ਕਰਨ। ਆਓ ਇਸੇ ਤਰ੍ਹਾਂ ਹੁਣ 5 ਵਾਰੀ ਮੂਲ ਮੰਤਰ ਦਾ ਪਾਠ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ
ਗੁਰ ਪ੍ਰਸਾਦ ਜਪ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਾਧ ਸੰਗਤ ਜੀਓ ਇਸੇ ਤਰ੍ਹਾਂ ਹੀ ਨਾਮ ਜਪ ਕੇ ਜੀਵਨ ਸਫਲਾ ਕਰਨਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਕੁਟਾਨ ਕੁਰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪ ਜੀ ਵਰਗੇ ਰੱਬ ਸਰੂਪ ਸਾਧ ਸੰਗਤਾਂ ਦਾ ਪਿੰਡਾਂ ਵਿੱਚੋਂ ਵੀ ਸੰਗਤ ਆਈ ਹੈ ਉਹਨਾਂ ਦਾ ਵੀ ਚੇਤਾ ਉੱਤੇ ਧੰਨਵਾਦ ਜੀ ਆਇਆਂ ਨੂੰ ਭਾਈ ਗੁਰੂ ਮਿਹਰ ਕਰੇ ਆਓ ਹੁਣ ਆਨੰਦ ਸਾਹਿਬ ਦਾ ਪਾਠ ਅਰਦਾਸ ਹੋਵੇਗੀ ਉਸ ਤੋਂ ਬਾਅਦ ਕੜਾ ਪ੍ਰਸ਼ਾਦੀ ਦੇਗ ਪ੍ਰਾਪਤ ਕਰਕੇ ਆਪ ਜੀ ਨੇ ਗੁਰੂ का लंगर ਤਿਆਰ ਹੈ ਸਭ ਨੇ ਛਕ ਕੇ ਜਾਣਾ ਇਹ ਬੇਨਤੀ ਪ੍ਰਵਾਨ ਕਰਨੀ ਪਿਆਰ ਸਹਿਤ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सिख हो शब्द प्यारे हो जन्म मरण की टेक मुख उजल सदा सुखी नानक सिमरत एक राम कली महला तीजा आनंद को ओंकार सतगुर प्रसाद आनंद भया मेरी माय आनंद भया मेरी माय आनंद
भया मेरी माए आनंद भया मेरी माए सतगुरु मैं पाया सतगुरु मैं पाया सतगुरु ता पाया सहज सेती मन वजिया वाधारिया राग रतन परवार भरिया राग रतन परवार भरिया शब्द गावन आया शब्द दूता गावो हरि केरा शब्द गावो हरि केरा मन जिनी वसाया कह नानक आनंद होआ सतगुरु मैं पाया आनंद भया मेरी माए आनंद भया मेरी माए आनंद भया मेरी माए भया मेरी माँ भया मेरी माए ए मन मेरे तू सदा रहो हर नाल रहो तू मन मेरे दुख सब सारना अंगीकार करे तेरा कांड सब सवार सपनांगला समरथ स्वामी सो क्यों मन वसारे कहे नानक मन मेरे सदा रहो हर नाल साचे साहिबा क्या नहीं करते करता तेरा सब किस है जिस देह सो पावे सदा सिफत सलाह तेरे नाम मन वसावे नाम जिनके मन वसया वर्गे शब्द गणेरे कहे नानक सच्चे साहिब क्या नहीं करते साचा नाम मेरा आधार साच नाम आधार मेरा जिन भुखा सब गवाए पर शांत सुख मन आई वसया जिन इच्छा सब बुझाए सदा कुर्बान किता गुर विटहो जिस दिया है बड़ियाई कहे नानक सुनो संतो शब्द दरो पिया साचा नाम मेरा आधार वाजे पंच शब्द तितकार सुभागे कार सुभागे शब्द वाजे जित कर तारिया पंच दूत तुद वस कीते काल कंठ कुमार कर्म पाया तुझ जिनको से नाम हर के लागे कहे नानक तैस हो आतित करे अनहद आनंद सुनो बड़ भागियो सकल मनोरथ पूरे पार ब्रह्म प्रभ पाया तेरे सगल विसूरे दुख रोग संताप तेरे सुनी सच्ची वाणी संत साधन में सरसे पूरे करते जाने सुनते पुनीत कहते पवित्र सतगुर रहया भरपूर बिनवंत नानक गुर चरण लागे बाजे अनहद तूरे बाजे अनहद तूरे बाजे अनहद तूरे श्लोक पवन गुरु पानी पिता माता धरत महत दिसरा दोयदाई दाया खेलै सगल जगत ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ केती छुटे ना जिने नाम ते आया सतत काल नानक ते मुख उजले केती छुटी ना।